ਹਾਂਜੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਪੰਜਾਬੀ ਪੈਡਾਗੋਜੀ ਆਫ ਪੰਜਾਬੀ ਚੈਪਟਰ ਪਹਿਲਾ ਤੇ ਭਾਸ਼ਾ, ਪਰਿਭਾਸ਼ਾ, ਆਧਾਰ ਅਤੇ ਪ੍ਰਕਿਰਤੀ ਬਾਰੇ ਪੜਾਂਗੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਹ ਸਮਾਜ ਵਿੱਚ ਵਿਚਰਦਾ ਹੈ, ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਠੀਕ ਹੈ, ਆਪਾਂ ਸਭ ਨੂੰ ਪਤਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਸਮਾਜ ਵਿੱਚ ਹੀ ਵਿਚਰਦਾ ਵਾ ਅਤੇ ਜਿਹੜਾ ਸਮਾਜ ਤੋਂ ਬਿਨਾਂ ਉਹ ਨਹੀਂ ਰਹਿ ਸਕਦਾ। ਠੀਕ ਹੈ, ਕਿਉਂਕਿ ਉਸਨੂੰ ਜਿਹੜਾ ਸਮਾਜ ਦੇ ਦੂਸਰੇ ਵਿਅਕਤੀਆਂ ਨਾਲ ਜਿਹੜਾ ਮੇਲ ਜੋਲ ਆ ਕਰਨਾ ਪੈਂਦਾ ਹੈ, ਕਿਉਂਕਿ ਉਹ ਇਕੱਲਾ ਆਪਣੀ ਸਾਰੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦਾ। ਠੀਕ ਹੈ, ਇਸ ਬਾਰੇ ਕਾਰ ਵਿਹਾਰ ਲਈ ਉਸਨੂੰ ਆਪਣੇ ਮਨ ਦੇ ਵਿਚਾਰਾਂ ਅਤੇ ਭਾਵਾਂ ਦਾ ਜਿਹੜਾ ਵਟਾਂਦਰਾ ਵਾ ਕਰਨਾ ਪੈਂਦਾ ਹੈ ਜੀ, ਜਿਸ ਦੇ ਲਈ ਉਸਨੂੰ ਕਿਸੇ ਸਾਧਨ ਦੀ ਲੋੜ ਪੈਂਦੀ ਹੈ। ਇਸ ਲੋੜ ਦੀ ਪ੍ਰਾਪਤੀ ਲਈ ਉਹ ਪ੍ਰਾਚੀਨ ਸਮਿਆਂ ਤੋਂ ਸਾਰਥਿਕ ਯਤਨ ਕਰਦਾ ਰਿਹਾ ਹੈ। ਠੀਕ ਹੈ ਜੀ, ਅੱਗੇ ਉਹ ਆਪਣੇ ਵਿਚਾਰਾਂ ਦੇ ਸੰਚਾਰ ਲਈ ਕਈ ਪ੍ਰਕਾਰ ਦੇ ਜਿਹੜੇ ਨੇ ਅਣਭਾਸ਼ਾਈ ਸਾਧਨ ਜਿਵੇਂ ਇਸ਼ਾਰੇ, ਝੰਡੀਆਂ, ਸੀਟੀ ਮਾਰਨਾ ਆਦਿ ਦਾ ਸਹਾਰਾ ਲੈਂਦਾ ਰਿਹਾ ਹੈ, ਪਰੰਤੂ ਇਹ ਸਾਰੇ ਸਾਧਨ ਉਸਦੇ ਉਦੇਸ਼ ਦੀ ਸੰਪੂਰਨ ਪ੍ਰਾਪਤੀ ਵਿੱਚ ਉਸਦੀ ਸਹਾਇਤਾ ਕਰਨ ਵਿੱਚ ਸਫਲ ਨਹੀਂ ਹੋਏ। ਇਹਨਾਂ ਅਣਭਾਸ਼ਾਈ ਸਾਧਨਾਂ ਦੀ ਕਮੀਆਂ ਨੂੰ ਪੂਰਾ ਕਰਨ ਲਈ ਪੂਰਾ ਕਰਨ ਵਿੱਚ ਉਸਦੀ ਸਹਾਇਤਾ ਕਰਨ ਵਿੱਚ ਸਫਲ ਨਹੀਂ ਹੋਏ। ਇਹਨਾਂ ਅਣਭਾਸ਼ਾਈ ਸਾਧਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਉਸਨੇ ਭਾਸ਼ਾ ਰੂਪੀ ਨਵੇਂ ਸਾਧਨ ਦੀ ਖੋਜ ਕੀਤੀ। ਇਸ ਸਾਧਨ ਭਾਵ ਭਾਸ਼ਾ ਦੀ ਸਹਾਇਤਾ ਨਾਲ ਉਹ ਆਪਣੀ ਭਾਵ ਸੰਚਾਰ ਵਿੱਚ ਸਫਲ ਹੋ ਸਕਿਆ। ਭਾਵੇਂ ਮਨੁੱਖ ਤੋਂ ਬਿਨਾਂ ਜਾਨਵਰ, ਪਸ਼ੂ, ਪੰਛੀ ਆਦਿ ਵੀ ਇੱਕ ਦੂਜੇ ਨਾਲ ਸੰਪਰਕ ਕਰਦੇ ਹਨ, ਪਰੰਤੂ ਉਹਨਾਂ ਦਾ ਸੰਪਰਕ ਕੇਵਲ ਚਿੰਨ੍ਹਾਂ ਦੇ ਰੂਪ ਵਿੱਚ ਹੀ ਮੌਜੂਦ ਹੈ ਅਤੇ ਇਸੇ ਕਰਕੇ ਉਹਨਾਂ ਦਾ ਖੇਤਰ ਬਹੁਤ ਛੋਟਾ ਹੁੰਦਾ ਹੈ ਅਤੇ ਜਿਸ ਕਾਰਨ ਉਹਨਾਂ ਦੀ ਭਾਸ਼ਾ ਇੱਕ ਵਿਕਸਿਤ ਰੂਪ ਧਾਰਨ ਨਹੀਂ ਕਰ ਸਕੀ। ਭਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਭਾਸ਼ਾ ਤੋਂ ਬਿਨਾਂ ਮਨੁੱਖ ਜਿਹੜਾ ਪਸ਼ੂ ਸਮਾਨ ਹੈ। ਠੀਕ ਹੈ ਜੀ, ਅਗਰ ਆਪਾਂ ਹੁਣ ਆਪਣੀ ਮਦਰ ਟੰਗ ਵੀ ਦੇਖ ਲਓ, ਆਪਾਂ ਮਾਤਾ ਤੋਂ ਹੀ ਆਪਾਂ ਜਿਹੜੀ ਬੋਲ ਸਿੱਖਦੇ ਹਾਂ, ਬੋਲਣੀ। ਠੀਕ ਹੈ ਜੀ, ਘਰ ਵਿੱਚ ਰਹਿ ਕੇ ਸਾਨੂੰ ਸਭ ਕੁਛ ਮਿਲਦਾ ਵਾ। ਠੀਕ ਹੈ, ਅਤੇ ਜਿਸ ਕਰਕੇ ਆਪਾਂ ਇੱਕ ਵੈਲ ਐਜੂਕੇਟ ਹੁੰਦੇ ਹਾਂ। ਠੀਕ ਹੈ ਜੀ, ਆਪਾਂ ਅੱਗੇ ਪੜ੍ਹਦੇ ਹਾਂ। ਉਹ ਭਾਸ਼ਾ ਹੀ ਹੈ ਜਿਸ ਦੇ ਸਹਾਰੇ ਮਨੁੱਖ ਆਪਣੀ ਪਸ਼ੂਆਂ ਵਾਲੀ ਅਵਸਥਾ ਤੋਂ ਉੱਪਰ ਉੱਠ ਕੇ ਆਪਣੀ ਸਿਰਜਣਾਤਮਕ ਸ਼ਕਤੀ ਦਾ ਜਿਹੜਾ ਵਾ ਵਿਕਾਸ ਕਰਦਾ ਹੋਇਆ ਇੱਕ ਮਹਾਨ ਸੱਭਿਅਤਾ ਬਣਾਉਣ ਦੇ ਯੋਗ ਹੋਇਆ ਹੈ। ਮਨੁੱਖ ਭਾਸ਼ਾ ਰਾਹੀਂ ਜਿਹੜਾ ਬੋਲਣ, ਸੁਣਨ ਜਾਂ ਲਿਖਣ, ਪੜ੍ਹਨ ਤੋਂ ਇਲਾਵਾ ਆਪਣੇ ਅੰਦਰੂਨੀ ਜਜ਼ਬਿਆਂ ਅਤੇ ਵਲਵਲਿਆਂ ਦਾ ਪ੍ਰਗਟਾਅ ਵੀ ਕਰਦਾ ਹੈ। ਇੱਥੋਂ ਤੱਕ ਕਿ ਮਨੁੱਖ ਦਾ ਸੋਚਣਾ ਵੀ ਜਿਹੜਾ ਭਾਸ਼ਾ ਦੇ ਰਾਹੀਂ ਹੀ ਸੰਭਵ ਹੈ। ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਚਾਰੇ ਪਾਸੇ ਜਿਹੜਾ ਵਾ ਗਿਆਨ ਦਾ ਪ੍ਰਕਾਸ਼ ਫੈਲਦਾ ਹੈ। ਠੀਕ ਹੈ ਜੀ, ਭਾਸ਼ਾ ਨੇ ਹੀ ਮਨੁੱਖ ਨੂੰ ਜਿਹੜਾ ਵਾ ਸੱਭਿਅ ਬਣਾਇਆ ਹੈ। ਇਸ ਤਰ੍ਹਾਂ ਸੰਪੂਰਨ ਮਾਨਵ ਜਾਤੀ ਭਾਸ਼ਾ ਦੇ ਜਿਹੜਾ ਵਾ ਜਾਤੀ ਭਾਸ਼ਾ ਦੇ ਸਹਾਰੇ ਹੀ ਖੜੀ ਹੈ। ਭਾਸ਼ਾ ਦੀ ਉਤਪਤੀ ਅਤੇ ਵਿਕਾਸ ਦੇ ਨਾਲ ਜਿਹੜਾ ਮਾਨਵ ਸੱਭਿਅਤਾ ਅਤੇ ਸੰਸਕ੍ਰਿਤੀ ਵਿਕਾਸਸ਼ੀਲ ਰਹੀ ਹੈ। ਇਸੇ ਲਈ ਜਿਹੜਾ ਵਾ ਮੈਰੀਓ ਏ ਪਈ ਨੇ ਕਿਹਾ ਹੈ ਕਿ ਭਾਸ਼ਾ ਦੀ ਕਹਾਣੀ ਸੱਭਿਅਤਾ ਦੀ ਕਹਾਣੀ ਹੈ। The story of language is story of civilization। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅਤੇ ਮਹੱਤਵਪੂਰਨ ਅੰਗ ਹੈ ਅਤੇ ਅਸੀਂ ਇਸ ਦੀ ਹੋਂਦ ਨੂੰ ਅਨੁਭਵ ਹੀ ਨਹੀਂ ਕਰਦੇ। ਪ੍ਰਸਿੱਧ ਭਾਸ਼ਾ ਵਿਗਿਆਨੀ ਸੋਸੀਓ ਦੇ ਅਨੁਸਾਰ ਭਾਵ ਇਹ ਹੈ ਕਿ ਭਾਸ਼ਾ ਸਧਾਰਨ ਮਨੁੱਖ ਲਈ ਵੀ ਇੰਨੀ ਜਾਣੀ ਪਛਾਣੀ ਹੈ ਕਿ ਅਸੀਂ ਇਸ ਦੀ ਵੱਖਰੀ ਹੋਂਦ ਨੂੰ ਮਹਿਸੂਸ ਨਹੀਂ ਕਰਦੇ, ਸਗੋਂ ਇਸ ਨੂੰ ਸਾਹ ਲੈਣ ਅਤੇ ਤੁਰਨ ਫਿਰਨ ਵਾਂਗ ਸੁਭਾਵਿਕ ਮੰਨਦੇ ਹਾਂ। ਭਾਸ਼ਾ ਸਰਵ ਵਿਆਪਕ ਹੈ, ਇਹ ਸਭ ਨੂੰ ਪਤਾ ਹੈ। ਠੀਕ ਹੈ ਜੀ, ਇਸ ਦੀ ਹੋਂਦ ਆ ਬਹੁਤ ਹੀ ਗੰਭੀਰ ਅਤੇ ਜਟਿਲ ਹੈ, ਇਸ ਲਈ ਇਸ ਨੂੰ ਕਿਸੇ ਇੱਕ ਪਰਿਭਾਸ਼ਾ ਦੇ ਰਾਹੀਂ ਪਰਿਭਾਸ਼ਿਤ ਕਰਨਾ ਸੰਭਵ ਨਹੀਂ। ਭਾਸ਼ਾ ਜਿਹੜੀ ਬਹੁਪੱਖੀ ਅਤੇ ਬਹੁਪਸਾਰੀ ਹੈ।
ਭਾਸ਼ਾ ਬਹੁਪੱਖੀ ਤੇ ਬਹੁਪਸਾਰੀ ਤੋਂ ਆਪਾਂ ਨੂੰ ਯਾਦ ਆਇਆ ਕਿ ਇਸ ਤੋਂ ਹੀ ਜਿਹੜੇ ਤੁਹਾਡੇ ਵਿਸ਼ੇਸ਼ਤਾਵਾਂ ਨਿਕਲਣੀਆਂ, ਠੀਕ ਹੈ ਜੀ, ਭਾਸ਼ਾ ਦੀ ਪ੍ਰਕਿਰਤੀ ਦੇ। ਇਹ ਜਿਹੜੇ ਤੁਸੀਂ ਅੰਡਰਲਾਈਨ ਕਰਦੇ ਜਾਇਓ, ਅਗਰ ਤੁਸੀਂ ਕਾਪੀਸ 'ਤੇ ਨੋਟ ਕਰ ਰਹੇ ਤਾਂ ਵੀ ਠੀਕ ਹੈ ਜੀ, ਠੀਕ ਹੈ ਜੀ। ਇਹ ਜਿਹੜੇ ਤੁਹਾਡੀ ਵਿਸ਼ੇਸ਼ਤਾਵਾਂ ਨੇ, ਜਿਵੇਂ ਕਿ ਗੰਭੀਰ ਅਤੇ ਜਟਿਲ ਹੈ, ਠੀਕ ਹੈ, ਇਹ ਤੁਸੀਂ ਤੁਹਾਡੇ ਜਿਹੜੇ ਨੇ ਵਿਸ਼ੇਸ਼ਤਾਵਾਂ ਬਣ ਰਹੀਆਂ ਨੇ। ਹਰੇਕ ਭਾਸ਼ਾ ਵਿਗਿਆਨੀ ਇਸ ਦੇ ਕਿਸੇ ਇੱਕ ਪੱਖ ਜਾਂ ਪਸਾਰੇ ਨੂੰ ਵਧੇਰੇ ਮਹੱਤਵ ਦਿੰਦਾ ਹੈ, ਜਿਸ ਦੇ ਸਿੱਟੇ ਵਜੋਂ ਹੋਰ ਪੱਖ ਅਤੇ ਪਸਾਰ ਅਣਗੌਲੇ ਰਹਿ ਜਾਂਦੇ ਹਨ ਅਤੇ ਪਰਿਭਾਸ਼ਾ ਵਿੱਚ ਪ੍ਰਥੱਕ ਨਹੀਂ ਹੁੰਦੇ। ਇਸ ਲਈ ਭਾਸ਼ਾ ਦੀ ਇੱਕ ਸੰਪੂਰਨ ਪਰਿਭਾਸ਼ਾ ਅੰਕਿਤ ਕਰਨ ਲਈ ਇਸ ਦੇ ਸਾਰੇ ਪੱਖਾਂ ਅਤੇ ਪਸਾਰਾਂ ਨੂੰ ਧਿਆਨਪੂਰਵਕ ਵਿਚਰਨਾ ਜ਼ਰੂਰੀ ਹੈ। ਅੱਗੇ ਗੱਲ ਆ ਗਈ ਨਿਰੁਕਤੂ ਦੇ ਆਧਾਰ 'ਤੇ। ਭਾਸ਼ਾ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਇੱਕ ਤੰਦ ਰੂਪ ਭਾਸ਼ ਵਿੱਚ ਹੋਈ, ਜਿਸ ਦਾ ਅਰਥ ਹੈ ਬੋਲਣ, ਕਹਿਣ, ਸੰਬੋਧਨ ਕਰਨ, ਵਰਣਨ ਕਰਨ ਆਦਿ ਦੀ ਕਿਰਿਆ। ਇਸ ਸ਼ਬਦ ਦੇ ਨਾਲ ਆੜਾ ਅ ਦੀ ਮਾਤਰਾ ਜੁੜ ਕੇ ਇਹ ਸ਼ਬਦ ਆ ਜਿਹੜਾ ਭਾਸ਼ਾ ਬਣ ਗਿਆ, ਜਿਸ ਦਾ ਅਰਥ ਹੈ ਉਹ ਕਿਰਿਆ ਜੋ ਬੋਲੀ ਜਾਵੇ। ਬੋਲੀ ਦਾ ਭਾਵ ਵੀ ਇਹੀ ਹੈ ਕਿ ਜੋ ਬੋਲਿਆ ਜਾਵੇ, ਠੀਕ ਹੈ ਜੀ। ਇਸ ਬੋਲਣ ਦੀ ਕਿਰਿਆ ਵਿੱਚ ਕਈ ਸਰੀਰਕ ਅੰਗ ਕਾਰਜਸ਼ੀਲ ਹੁੰਦੇ ਨੇ, ਇਹਨਾਂ ਵਿੱਚ ਵਧੇਰੇ ਮਹੱਤਵਪੂਰਨ ਜੀਵ ਹੈ। ਇਸੇ ਦੇ ਆਧਾਰ 'ਤੇ ਉਰਦੂ ਭਾਸ਼ਾ ਵਿੱਚ ਇਸ ਨੂੰ ਜ਼ੁਬਾਨ ਅਤੇ ਅਰਬੀ ਵਿੱਚ ਨਿਸ਼ਾਨ ਆਖਿਆ ਜਾਂਦਾ ਹੈ। ਭਾਸ਼ਾ ਸ਼ਬਦ ਜਿਹੜਾ ਅੰਗਰੇਜ਼ੀ ਦੇ ਸ਼ਬਦ ਲੈਂਗੁਏਜ ਦਾ ਸਮਾਨਾਰਥੀ ਹੈ। ਲੈਂਗੁਏਜ ਸ਼ਬਦ ਦਾ ਆਧਾਰ ਲਾਤੀਨੀ ਭਾਸ਼ਾ ਦੇ ਸ਼ਬਦ ਲੈਂਗੂਆ ਤੋਂ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਜੀਵ, ਠੀਕ ਹੈ ਜੀ। ਅੱਗੇ ਦੀਆਂ ਪਰਿਭਾਸ਼ਾਵਾਂ ਜਿਵੇਂ ਮੈਕਮਿਲਨ, ਹੈਨਰੀ ਸਵੀਟ, ਬ੍ਰਿਟੈਨਿਕਾ ਵਿਸ਼ਵਕੋਸ਼, ਓਟੋ ਜੈਸਪਰਸਨ, ਸੇਪਿਰ, ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਤੁਹਾਨੂੰ ਪਰਿਭਾਸ਼ਾਵਾਂ ਵੱਧ ਤੋਂ ਵੱਧ 3 ਲਿਖਣੀਆਂ ਹੁੰਦੀਆਂ ਨੇ, ਇਹਦੇ ਵਿੱਚ ਜਿਹੜੀਆਂ ਤੁਹਾਨੂੰ ਈਜ਼ੀ ਲੱਗਣ ਤੁਸੀਂ ਲਿਖ ਸਕਦੇ ਹੋ। ਅਗਰ ਤੁਹਾਨੂੰ ਪੈਡਾਗੋਜੀ ਆਫ ਪੰਜਾਬੀ ਦੇ ਰਿਲੇਟਡ ਤੁਹਾਨੂੰ ਨੋਟਸ ਚਾਹੀਦੇ ਨੇ, ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਜੀ, ਠੀਕ ਹੈ ਜੀ। ਅੱਗੇ ਦੀਆਂ ਆ ਗਈਆਂ ਭਾਸ਼ਾ ਦੇ ਆਧਾਰ। ਭਾਸ਼ਾ ਦੇ ਆਧਾਰ ਤੇ ਇਸ ਤੋਂ ਬਾਅਦ ਇਹਦਾ ਆ ਗਿਆ ਕਨਕਲੂਜ਼ਨ। ਭਾਸ਼ਾ ਦੀ ਪ੍ਰਕਿਰਤੀ ਆ ਗਈ, ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਪੇਪਰ ਦੇ ਵਿੱਚ ਪਾ ਦਿੰਦੇ ਨੇ, ਠੀਕ ਹੈ, ਕਿ ਭਾਸ਼ਾ ਦੀ ਪ੍ਰਕਿਰਤੀ ਦਾ ਅਰਥ ਪਰਿਭਾਸ਼ਾ ਜੋ ਵੀ ਹੈ, ਠੀਕ ਹੈ ਜੀ। ਫਿਰ ਉਸਦੀ ਪ੍ਰਕਿਰਤੀ ਪੁੱਛ ਲੈਂਦੇ ਆ। ਵੈਸੇ ਇਹ ਆਇਆ ਹੋਇਆ, ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਹ ਜਿਹੜਾ ਵਾ ਪੇਪਰ ਦੇ ਵਿੱਚ ਆਇਆ ਵੀ ਹੋਇਆ ਹੈ, ਠੀਕ ਹੈ ਜੀ। ਭਾਸ਼ਾ ਦੀ ਪ੍ਰਕਿਰਤੀ ਪੁੱਛ ਲੈਣਗੇ, ਠੀਕ ਹੈ ਜੀ, ਜਿਹਦੇ ਵਿੱਚ ਤੁਹਾਨੂੰ ਪੁਆਇੰਟ ਵਾਈਜ਼ ਇਹਨੂੰ ਲਿਖਣਾ ਹੁੰਦਾ ਹੈ, ਠੀਕ ਹੈ। ਅਗਰ ਤੁਹਾਨੂੰ ਨੋਟਸ ਚਾਹੀਦੇ ਨੇ, ਮੈਂ ਤੁਹਾਨੂੰ ਜ਼ਰੂਰ ਤੁਹਾਨੂੰ ਜਿਹੜੇ ਨੇ ਸ਼ੇਅਰ ਕਰ ਦੇਵਾਂਗੀ, ਠੀਕ ਹੈ ਜੀ, ਪਾ ਦੇਵਾਂਗੀ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਯੈਸ, ਓਕੇ ਜੀ, ਥੈਂਕ ਯੂ, ਧੰਨਵਾਦ ਬਹੁਤ ਬਹੁਤ ਜ਼ਿਆਦਾ। ਓਕੇ ਬਾਏ।